ਹਾਂਜੀ ਸਟੂਡੈਂਟਸ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਗਲਿਸ਼ ਇਲੈਕਟਿਵ +1 ਕਲਾਸ ਦਾ 5ਵਾਂ ਐਸੇ ਗੁਰੂ ਗੋਬਿੰਦ ਸਿੰਘ ਜੀ ਅਸੀਂ ਸ਼ੁਰੂ ਕੀਤਾ ਹੋਇਆ ਹੈ। ਅੱਜ ਵਾਲੇ ਵੀਡੀਓ ਦੇ ਵਿੱਚ ਅਸੀਂ ਇਸ ਚੈਪਟਰ ਦੇ ਐਂਡ ਵਿੱਚ ਦਿੱਤੀਆਂ ਹੋਈਆਂ ਗ੍ਰਾਮਰ ਐਕਸਰਸਾਈਜ਼ਸ ਅਤੇ ਉਹਨਾਂ ਦੇ ਸੋਲੂਸ਼ਨਸ ਡਿਸਕਸ ਕਰਾਂਗੇ। ਤਾਂ ਸਟੂਡੈਂਟਸ, ਇਹ ਇਸ ਚੈਪਟਰ ਦਾ ਸਾਡਾ ਚੌਥਾ ਵੀਡੀਓ ਹੋਏਗਾ। ਤਾਂ ਸਟੂਡੈਂਟ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਆਲਰੇਡੀ ਪੂਰੇ ਦਾ ਪੂਰਾ ਚੈਪਟਰ ਲੈਸਨ 5 ਗੁਰੂ ਗੋਬਿੰਦ ਸਿੰਘ ਉਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਤੁਹਾਡੇ ਨਾਲ 3 ਪਾਰਟਸ ਦੇ ਵਿੱਚ ਸ਼ੇਅਰ ਕਰ ਚੁੱਕਿਆ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰੇ ਤਿੰਨੇ ਪਾਰਟਸ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਪਾਰਟ ਮਿਸ ਹੋਇਆ ਹੈ ਤਾਂ ਮੈਂ ਉਸ ਦੇ ਲਿੰਕ ਤੁਹਾਨੂੰ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ, ਜਿਨ੍ਹਾਂ ਤੇ ਜਾ ਕੇ ਤੁਸੀਂ ਇਹ ਸਾਰੇ ਪਾਰਟਸ ਦੇਖ ਸਕਦੇ ਹੋ। ਕਿਉਂਕਿ ਜੇਕਰ ਤੁਸੀਂ ਇਹ ਸਾਰਾ ਚੈਪਟਰ ਚੰਗੀ ਤਰ੍ਹਾਂ ਸਮਝਿਆ ਹੈ ਤਾਂ ਹੀ ਫਿਰ ਤੁਸੀਂ ਅੱਜ ਵਾਲੇ ਜੋ ਇਸ ਦੀਆਂ ਐਕਸਰਸਾਈਜ਼ਸ ਅਤੇ ਸੋਲੂਸ਼ਨਸ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਤਾਂ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਇਹਨਾਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਵਾਲੇ ਪਾਰਟਸ ਤੁਸੀਂ ਜ਼ਰੂਰ ਦੇਖੋ। ਤਾਂ ਸਟੂਡੈਂਟਸ, ਤੁਹਾਡੇ ਚੈਪਟਰ ਦੇ ਐਂਡ ਦੇ ਵਿੱਚ ਕੁਝ ਗ੍ਰਾਮਰ ਦੀਆਂ ਐਕਸਰਸਾਈਜ਼ ਦਿੱਤੀਆਂ ਹੋਈਆਂ ਨੇ। ਇਹ ਐਕਸਰਸਾਈਜ਼ ਨੰਬਰ 3 ਤੋਂ ਸਟਾਰਟ ਹੋ ਜਾਂਦੀਆਂ ਨੇ। ਤਾਂ ਪਹਿਲਾਂ ਆਪਾਂ 3rd ਐਕਸਰਸਾਈਜ਼ ਹੀ ਸੋਲਵ ਕਰਦੇ ਹਾਂ। ਤਾਂ ਸਟੂਡੈਂਟਸ, ਮੈਂ ਇੱਕ ਵਾਰੀ ਫਿਰ ਤੁਹਾਨੂੰ ਅਪੀਲ ਕਰਨਾ ਚਾਹਾਂਗਾ ਕਿ ਇਹ ਐਕਸਰਸਾਈਜ਼ ਦੇ ਵਿੱਚ ਜਿੰਨੇ ਵੀ ਸੈਂਟੈਂਸਿਸ ਲਏ ਗਏ ਨੇ ਜਾਂ ਵਰਡਸ ਲਏ ਗਏ ਨੇ, ਇਹ ਸਾਰੇ ਤੁਹਾਡੇ ਚੈਪਟਰ ਦੇ ਵਿੱਚ ਆਏ ਨੇ। ਅਤੇ ਜੇਕਰ ਤੁਸੀਂ ਇਹਨਾਂ ਸੈਂਟੈਂਸਿਸ ਦਾ ਮਤਲਬ ਨਹੀਂ ਜਾਣਦੇ ਜਾਂ ਉਹਨਾਂ ਦੇ ਵਰਡਸ ਦੇ ਮੀਨਿੰਗ ਨਹੀਂ ਤੁਹਾਨੂੰ ਪਤਾ, ਤਾਂ ਫਿਰ ਇਹ ਗ੍ਰਾਮਰ ਦੀਆਂ ਐਕਸਰਸਾਈਜ਼ ਕਰਨੀਆਂ ਬਹੁਤ ਹੀ ਮੁਸ਼ਕਿਲ ਨੇ। ਤਾਂ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਤੁਸੀਂ ਮੇਰੇ ਬਣਾਏ ਹੋਏ 3 ਵੀਡੀਓਜ਼ ਜੋ ਮੈਂ ਇਸ ਚੈਪਟਰ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਬਣਾਏ ਨੇ, ਉਹ ਜ਼ਰੂਰ ਦੇਖੋ। ਉਹਨਾਂ ਦੇ ਮੈਂ ਲਿੰਕਸ ਤੁਹਾਨੂੰ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਤਾਂ ਹੀ ਫਾਇਦਾ ਹੈ ਇਹਨਾਂ ਗ੍ਰਾਮਰ ਐਕਸਰਸਾਈਜ਼ਸ ਨੂੰ ਕਰਨ ਦਾ, ਅਦਰਵਾਈਜ਼ ਇਹਨਾਂ ਐਕਸਰਸਾਈਜ਼ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ। ਤਾਂ ਸਟਾਰਟ ਕਰਦੇ ਹਾਂ ਜੀ ਕਿ ਇੱਕ ਤੁਹਾਨੂੰ ਲਾਈਨ ਦਿੱਤੀ ਹੋਈ ਹੈ, ਇਹ ਚੈਪਟਰ ਦੇ ਵਿੱਚੋਂ ਹੀ ਆਈ ਹੈ ਕਿ ਹਿਸ ਫਾਦਰ ਗੁਰੂ ਤੇਗ ਬਹਾਦਰ ਵਾਜ਼ ਦੈਨ ਟਰੈਵਲਿੰਗ ਇਨ ਈਸਟਰਨ ਇੰਡੀਆ। ਯਾਦ ਹੋਣਾ ਕਿ ਸ਼ੁਰੂ 'ਚ ਹੀ ਆਈ ਹੈ ਕਿ ਉਹਨਾਂ ਦੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਪੂਰਬੀ ਭਾਰਤ ਦੇ ਵੱਲ ਯਾਤਰਾ ਕਰ ਰਹੇ ਸੀ। ਤਾਂ ਜੇ ਤੁਸੀਂ ਇੱਥੇ ਦੇਖੋ, ਇਸ ਸੈਂਟੈਂਸ ਦੇ ਵਿੱਚ ਸਾਨੂੰ 2 ਜਾਣਕਾਰੀਆਂ ਮਿਲਦੀਆਂ ਨੇ। ਇੱਕ ਤਾਂ ਮਿਲਦੀ ਹੈ ਕਿ ਹਿਸ ਫਾਦਰ ਗੁਰੂ ਤੇਗ ਬਹਾਦਰ, ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਸੀ। ਫਿਰ ਦੂਸਰੀ ਜਾਣਕਾਰੀ ਸਾਨੂੰ ਇਹ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਈਸਟਰਨ ਇੰਡੀਆ ਪੂਰਬੀ ਭਾਰਤ ਵੱਲ ਯਾਤਰਾ ਕਰ ਰਹੇ ਸੀ। ਤਾਂ ਇੱਕ ਤਰੀਕੇ ਦੇ ਨਾਲ ਕੰਬਾਈਨ ਕੀਤੇ ਗਏ ਨੇ ਜੀ ਮੋਰ ਆਈਡੀਆਜ਼ ਇਨ ਵਨ ਸਿੰਪਲ ਸੈਂਟੈਂਸ। ਇਸ ਸਿੰਪਲ ਸੈਂਟੈਂਸ ਦੇ ਵਿੱਚ 2 ਆਈਡੀਆਜ਼ ਕੰਬਾਈਨ ਕੀਤੇ ਗਏ ਨੇ, 2 ਸਾਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ। ਤਾਂ ਇਹ ਇੱਕ ਤਰ੍ਹਾਂ ਦੀ ਡਿਵਾਈਸ ਹੈ ਜੀ ਜੋ ਅਸੀਂ ਯੂਜ਼ ਕਰਦੇ ਹਾਂ ਇੰਗਲਿਸ਼ ਲਿਖਣ ਲੱਗੇ। ਇਸ ਸੈਂਟੈਂਸ ਤੋਂ ਸਾਨੂੰ 2 ਸੈਂਟੈਂਸ ਦਾ ਪਤਾ ਲੱਗਦਾ ਹੈ ਕਿ ਹਿਸ ਫਾਦਰ ਵਾਜ਼ ਦੈਨ ਟਰੈਵਲਿੰਗ ਇਨ ਈਸਟਰਨ ਇੰਡੀਆ, ਕਿ ਉਸਦੇ ਪਿਤਾ ਜੀ ਪੂਰਬੀ ਭਾਰਤ ਵੱਲ ਜਾ ਰਹੇ ਸੀ, ਅਤੇ ਹਿਸ ਫਾਦਰ ਵਾਜ਼ ਗੁਰੂ ਤੇਗ ਬਹਾਦਰ, ਕਿ ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ ਸੀ। ਇਸੇ ਤਰ੍ਹਾਂ ਇੱਕ ਹੋਰ ਸੈਂਟੈਂਸ ਇਸੇ ਚੈਪਟਰ ਦੇ ਵਿੱਚੋਂ ਲਿਆ ਗਿਆ ਹੈ ਕਿ ਦਿਆਰਾਮ ਅ ਖੱਤਰੀ ਆਫ ਲਾਹੌਰ ਅਰੋਜ਼ ਐਂਡ ਸਪੋਕ, ਕਿ ਦਿਆਰਾਮ ਲਾਹੌਰ ਦਾ ਇੱਕ ਖੱਤਰੀ ਉੱਠਿਆ ਅਤੇ ਬੋਲਿਆ। ਤਾਂ ਸੇਮ 2 ਗੱਲਾਂ ਦਾ ਸਾਨੂੰ ਇਸ ਸੈਂਟੈਂਸ ਦੇ ਵਿੱਚ ਪਤਾ ਲੱਗਦਾ ਹੈ। ਉਹ ਕੀ ਹੈ ਜੀ? ਦਿਆਰਾਮ ਅਰੋਜ਼ ਐਂਡ ਸਪੋਕ, ਦਿਆਰਾਮ ਉੱਠਿਆ ਅਤੇ ਬੋਲਿਆ। ਤੇ ਦੂਸਰੀ ਗੱਲ ਦਾ ਪਤਾ ਲੱਗਦਾ ਹੈ ਕਿ ਦਿਆਰਾਮ ਵਾਜ਼ ਅ ਖੱਤਰੀ ਆਫ ਲਾਹੌਰ, ਕਿ ਦਿਆਰਾਮ ਲਾਹੌਰ ਦਾ ਇੱਕ ਖੱਤਰੀ ਸੀ। ਤਾਂ ਇੱਕ ਸਿੰਪਲ ਸੈਂਟੈਂਸ ਦੇ ਵਿੱਚ ਸਾਨੂੰ 2 ਜਾਣਕਾਰੀਆਂ ਮਿਲ ਰਹੀਆਂ ਨੇ। ਤਾਂ ਹੁਣ ਸਾਡੇ ਕੋਲ ਐਕਸਰਸਾਈਜ਼ ਕੀ ਹੈ ਕਿ ਸਾਨੂੰ 2 ਆਈਡੀਆਜ਼ ਦਿੱਤੇ ਹੋਏ ਨੇ ਨਿਚਲੇ ਹਰ ਇੱਕ ਸੈਂਟੈਂਸ ਦੇ ਵਿੱਚ। ਸਾਨੇ ਉਹ ਦੋਨੇ ਆਈਡੀਆਜ਼ ਅਲੱਗ-ਅਲੱਗ ਕਰਕੇ ਲਿਖਣੇ ਨੇ। ਦਾ ਫਸਟ ਵਨ ਇਜ਼ ਡਨ ਫॉर ਯੂ। ਪਹਿਲਾ ਸੈਂਟੈਂਸ ਸਾਡੇ ਲਈ ਹੱਲ ਕੀਤਾ ਹੋਇਆ, ਜਿਵੇਂ ਹੀ ਵਾਜ਼ ਬ੍ਰੌਟ ਟੂ ਅਨੰਦਪੁਰ ਅ ਟਾਊਨ ਇਨ ਦਾ ਫੁੱਟ ਹਿਲਸ ਆਫ ਦਾ ਹਿਮਾਲਯਸ। ਗੁਰੂ ਗੋਬਿੰਦ ਸਿੰਘ ਜੀ ਦੀ ਉਹ ਗੱਲ ਹੋ ਰਹੀ ਹੈ। ਇਹ ਸਾਰੇ ਸੈਂਟੈਂਸਿਸ ਚੈਪਟਰ ਦੇ ਵਿੱਚੋਂ ਹੀ ਲਏ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਉਹਨਾਂ ਨੂੰ ਲੈ ਕੇ ਆਇਆ ਗਿਆ, ਅਤੇ ਅਨੰਦਪੁਰ ਸਾਹਿਬ ਦੇ ਬਾਰੇ ਦੱਸਿਆ ਹੋਇਆ ਕਿ ਹਿਮਾਲਯਸ ਦੀਆਂ ਪਹਾੜੀਆਂ ਦੇ ਨੀਚੇ ਇਹ ਇੱਕ ਸ਼ਹਿਰ ਬਣਿਆ ਹੋਇਆ ਸੀ। ਤਾਂ ਅਸੀਂ ਇਹੀ ਲਿਖਿਆ ਕਿ ਹੀ ਵਾਜ਼ ਬ੍ਰੌਟ ਟੂ ਅਨੰਦਪੁਰ, ਉਹਨਾਂ ਨੂੰ ਅਨੰਦਪੁਰ ਸਾਹਿਬ ਲੈ ਕੇ ਆਇਆ ਗਿਆ। ਐਂਡ ਅਨੰਦਪੁਰ ਵਾਜ਼ ਅ ਟਾਊਨ ਇਨ ਦਾ ਫੁੱਟ ਹਿਲਸ ਆਫ ਦਾ ਹਿਮਾਲਯਸ, ਕਿ ਅਨੰਦਪੁਰ ਸਾਹਿਬ ਹਿਮਾਲਯਸ ਦੀਆਂ ਪਹਾੜੀਆਂ ਦੇ ਨੀਚੇ ਬਣਿਆ ਹੋਇਆ ਇੱਕ ਸ਼ਹਿਰ ਸੀ। ਤਾਂ ਇੱਕ ਸਿੰਪਲ ਸੈਂਟੈਂਸ ਦੇ ਵਿੱਚ ਸਾਨੂੰ 2 ਜਾਣਕਾਰੀਆਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਨੂੰ ਅਸੀਂ ਅਲੱਗ-ਅਲੱਗ ਕਰਕੇ ਲਿਖ ਲਿਆ। ਤਾਂ ਹੁਣ ਬਾਕੀ ਜਿਹੜੇ 2 ਤੋਂ ਲੈ ਕੇ 7 ਸੈਂਟੈਂਸ ਹੈ, ਇਹਨਾਂ ਨੂੰ ਸਾਨੂੰ ਆਪ ਕਰਕੇ ਲਿਖਣਾ ਪਏਗਾ। ਯਾਨੀ ਕਿ ਦੋਨੇ ਹੀ ਜਾਣਕਾਰੀਆਂ ਜੋ ਇੱਕ ਸਿੰਪਲ ਸੈਂਟੈਂਸ ਦੇ ਵਿੱਚ ਆਈਆਂ ਹੋਈਆਂ ਨੇ, ਉਹਨਾਂ ਨੂੰ ਸਾਨੂੰ ਅਲੱਗ-ਅਲੱਗ ਕਰਕੇ ਲਿਖਣਾ ਪਏਗਾ। ਤਾਂ ਕਰਦੇ ਹਾਂ ਜੀ ਸਟਾਰਟ। ਸੈਕਿੰਡ ਹੈ ਜੀ ਹਿਜ਼ ਲਾਈਫ ਸਟੋਰੀ ਦਾ ਬਚਿੱਤਰ ਨਾਟਕ ਇਜ਼ ਹਿਜ਼ ਓਨ ਕੰਪੋਜੀਸ਼ਨ। ਸੈਂਟੈਂਸ ਚੈਪਟਰ 'ਚੋਂ ਹੀ ਲਿਆ ਗਿਆ ਹੈ ਕਿ ਉਹਨਾਂ ਦੀ ਲਾਈਫ ਸਟੋਰੀ ਬਚਿੱਤਰ ਨਾਟਕ ਉਹਨਾਂ ਦੀ ਆਪਣੀ ਰਚਨਾ ਹੈ, ਕੰਪੋਜੀਸ਼ਨ ਹੈ। ਪਹਿਲੀ ਜਾਣਕਾਰੀ ਤਾਂ ਉਹ ਹੋਗੀ ਕਿ ਹਿਜ਼ ਲਾਈਫ ਸਟੋਰੀ ਇਜ਼ ਦਾ ਬਚਿੱਤਰ ਨਾਟਕ। ਤਾਂ ਇਹ ਤਾਂ ਸਾਡੀ ਪਹਿਲੀ ਜਾਣਕਾਰੀ ਹੋਗੀ। ਬਹੁਤ ਹੀ ਸਿੰਪਲ ਐਕਸਰਸਾਈਜ਼ ਹੈ, ਥੋੜ੍ਹੀ ਜਿਹੀ ਸਮਝਣ ਵਾਲੀ ਹੈ।
ਤਾਂ ਇਹ ਤਾਂ ਸਾਡੀ ਪਹਿਲੀ ਜਾਣਕਾਰੀ ਹੋ ਗਈ, ਅਸੀਂ ਇਸ ਨੂੰ A ਪਾ ਲੈਂਦੇ ਹਾਂ। ਦੂਸਰੀ ਜਾਣਕਾਰੀ ਇਹ ਹੈ ਕਿ ਬਚਿੱਤਰ ਨਾਟਕ ਇਜ਼ ਹਿਜ਼ ਓਨ ਕੰਪੋਜੀਸ਼ਨ, ਕਿ ਬਚਿੱਤਰ ਨਾਟਕ ਉਹਨਾਂ ਨੇ ਖੁਦ ਲਿਖਿਆ ਹੈ। ਤਾਂ ਇਸ ਤਰੀਕੇ ਨਾਲ ਅਸੀਂ ਦੂਸਰੇ ਸੈਂਟੈਂਸ ਦੇ ਵਿਚਲੀਆਂ ਦੋਨੇ ਜਾਣਕਾਰੀਆਂ ਅਲੱਗ-ਅਲੱਗ ਕਰਕੇ ਲਿਖਤੀਆਂ। ਥਰਡ ਹੈ ਜੀ ਕਿ ਧਰਮਦਾਸ ਅ ਜਾਟ ਆਫ ਦਿੱਲੀ ਸਟੂਡ ਅਪ। ਧਰਮਦਾਸ ਦਿੱਲੀ ਦਾ ਜੱਟ ਖੜਾ ਹੋਇਆ, ਚੈਪਟਰ ਦੇ ਵਿੱਚੋਂ ਹੀ ਲਿਆ ਗਿਆ। ਤਾਂ ਇਸ ਦੀ ਪਹਿਲੀ ਜਾਣਕਾਰੀ ਇਹ ਹੈ ਕਿ ਧਰਮਦਾਸ ਸਟੂਡ ਅਪ, ਧਰਮਦਾਸ ਖੜਾ ਹੋਇਆ। ਦੂਸਰੀ ਜਾਣਕਾਰੀ ਹੈ ਕਿ ਧਰਮਦਾਸ, ਕਿਉਂਕਿ ਪਾਸਟ ਟੈਂਸ ਹੈ ਤਾਂ ਆਪਾਂ ਪਾਸਟ 'ਚ ਲਿਖਾਂਗੇ, ਵਾਜ਼ ਅ ਜਾਟ ਆਫ ਦਿੱਲੀ। ਤਾਂ ਇਹ ਦੋਨੇ ਜਾਣਕਾਰੀਆਂ ਅਸੀਂ ਤੋੜ ਕੇ ਲਿਖਤੀਆਂ ਜੀ ਤੀਸਰੇ ਸੈਂਟੈਂਸ ਦੀਆਂ। ਫੋਰਥ ਸੈਂਟੈਂਸ ਕਰਦੇ ਹਾਂ ਜੀ, ਸਾਹਿਬ ਚੰਦ ਅ ਬਾਰਬਰ ਫਰੋਮ ਬੀਦਰ ਐਡਵਾਂਸ ਟੂ ਆਫਰ ਹਿਜ਼ ਹੈਡ। ਚੈਪਟਰ ਦੇ ਵਿੱਚੋਂ ਹੀ ਵਾਕ ਚੱਕਿਆ ਗਿਆ ਕਿ ਸਾਹਿਬ ਚੰਦ ਬੀਦਰ ਦਾ ਇੱਕ ਨਾਈ ਆਪਣਾ ਸਿਰ ਆਫਰ ਕਰਨ ਦੇ ਲਈ ਅੱਗੇ ਵਧਿਆ। ਦੋ ਜਾਣਕਾਰੀਆਂ ਸਾਨੂੰ ਦਿੱਤੀਆਂ ਹੋਈਆਂ। ਤਾਂ ਪਹਿਲੀ ਜਾਣਕਾਰੀ ਹੈ ਜੀ ਕਿ ਸਾਹਿਬ ਚੰਦ ਐਡਵਾਂਸਡ ਟੂ ਆਫਰ ਹਿਜ਼ ਹੈਡ, ਕਿ ਸਾਹਿਬ ਚੰਦ ਆਪਣਾ ਸਿਰ ਆਫਰ ਕਰਨ ਦੇ ਲਈ ਅੱਗੇ ਵਧਿਆ। ਦੂਸਰੀ ਜਾਣਕਾਰੀ ਇਹ ਹੈ ਕਿ ਸਾਹਿਬ ਚੰਦ, ਕਿਉਂਕਿ ਪਾਸਟ ਟੈਂਸ ਹੈ ਤਾਂ ਆਪਾਂ ਪਾਸਟ 'ਚ ਲਿਖਾਂਗੇ ਜੀ, ਵਾਜ਼ ਆ ਬਾਰਬਰ, ਉਹ ਇੱਕ ਨਾਈ ਸੀ। ਕਿੱਥੋਂ? ਬੀਦਰ ਸ਼ਹਿਰ ਤੋਂ। ਤਾਂ ਇਹ ਦੋ ਜਾਣਕਾਰੀਆਂ ਸਾਡੇ ਚੌਥੇ ਸੈਂਟੈਂਸ ਦੇ ਵਿੱਚ ਨੇ ਜੋ ਅਸੀਂ ਅਲੱਗ-ਅਲੱਗ ਕਰਕੇ ਲਿਖਤੀਆਂ। ਪੰਜਵਾਂ ਕਰਦੇ ਹਾਂ ਜੀ, ਹਿਜ਼ ਵਾਈਫ ਮਾਤਾ ਜੀਤੋ ਜੀ ਪੁੱਟ ਸਮ ਸ਼ੂਗਰ ਇਨਟੂ ਇਟ। ਜਿਸ ਸਮੇਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤਾਂ ਉਸ ਇੰਸੀਡੈਂਟ ਦੇ ਵਿੱਚੋਂ ਹੀ ਲਾਈਨ ਲਈ ਗਈ ਹੈ, ਚੈਪਟਰ ਦੇ ਵਿੱਚੋਂ ਹੀ ਲਾਈਨ ਲਈ ਗਈ ਹੈ। ਇਸ ਦੇ ਵਿੱਚ ਵੀ ਸਾਡੇ ਕੋਲੇ ਦੋ ਜਾਣਕਾਰੀਆਂ ਨੇ। ਤਾਂ ਪਹਿਲੀ ਜਾਣਕਾਰੀ ਇਹ ਹੈ ਕਿ ਹਿਜ਼ ਵਾਈਫ ਪੁੱਟ ਸਮ ਸ਼ੂਗਰ ਇਨਟੂ ਇਟ, ਕਿ ਉਹਨਾਂ ਦੀ ਪਤਨੀ ਨੇ ਘੋਲ ਦੇ ਵਿੱਚ ਕੁਝ ਮਿੱਠਾ ਮਿਲਾਇਆ। ਤੇ ਬੀ ਜਾਣਕਾਰੀ ਇਹ ਹੈ ਕਿ ਹਿਜ਼ ਵਾਈਫ ਵਾਜ਼ ਮਾਤਾ ਜੀਤੋ ਜੀ। ਤਾਂ ਇਹ ਦੂਸਰੀ ਜਾਣਕਾਰੀ ਹੋਗੀ। ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਦੋਨੇ ਸੈਂਟੈਂਸਿਸ ਵੀ ਸਮਝ ਆ ਗਏ ਹੋਣਗੇ। ਛੇਵਾਂ ਸੈਂਟੈਂਸ ਕਰਦੇ ਹਾਂ, ਅੰਮ੍ਰਿਤ ਦਾ ਨੈਕਟਾਰ ਆਫ ਇਮੋਰਟੈਲਿਟੀ ਵਾਜ਼ ਰੈਡੀ। ਇਹ ਵੀ ਖਾਲਸਾ ਪੰਥ ਦੀ ਸਥਾਪਨਾ ਵਾਲੀ ਘਟਨਾ 'ਚੋਂ ਹੀ ਲਿਆ ਗਿਆ। ਅੰਮ੍ਰਿਤ ਜੋ ਨੈਕਟਾਰ ਆਫ ਇਮੋਰਟੈਲਿਟੀ ਸੀ ਉਹ ਤਿਆਰ ਸੀ। ਤਾਂ ਦੋ ਜਾਣਕਾਰੀਆਂ ਨੇ। ਤਾਂ ਪਹਿਲੀ ਜਾਣਕਾਰੀ ਹੈ ਜੀ ਇਹ, ਉਹ ਹੈ ਕਿ ਅੰਮ੍ਰਿਤ ਵਾਜ਼ ਰੈਡੀ, ਕਿ ਅੰਮ੍ਰਿਤ ਤਿਆਰ ਸੀ। ਤੇ ਦੂਸਰੀ ਜਾਣਕਾਰੀ ਕੀ ਹੈ ਕਿ ਅੰਮ੍ਰਿਤ ਵਾਜ਼ ਦਾ ਨੈਕਟਾਰ ਆਫ ਇਮੋਰਟੈਲਿਟੀ। ਇਮੋਰਟੈਲਿਟੀ ਦਾ ਮਤਲਬ ਮੈਂ ਤੁਹਾਨੂੰ ਚੈਪਟਰ 'ਚ ਦੱਸਿਆ ਸੀ, ਅਮਰ, ਅਮਰ ਹੋ ਜਾਣਾ, ਉਸ ਨੂੰ ਇਮੋਰਟੈਲਿਟੀ ਕਹਿੰਦੇ ਆ। ਤਾਂ ਸੈਵਨਥ ਸੈਂਟੈਂਸ ਹੈ ਜੀ, ਅਮੰਗ ਦਾ ਫਰਸਟ ਟੂ ਅਰਾਈਵ ਵਾਜ਼ ਸੈਯਦ ਭੀਖਨ ਸ਼ਾਹ ਅ ਮੁਸਲਿਮ ਸੂਫੀ। ਇਹ ਵੀ ਚੈਪਟਰ ਦੇ ਸ਼ੁਰੂਆਤ ਦੇ ਵਿੱਚੋਂ ਹੀ ਸੈਂਟੈਂਸ ਲਿਆ ਗਿਆ ਕਿ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਦੇ ਵਿੱਚੋਂ ਸੈਯਦ ਭੀਖਨ ਸ਼ਾਹ ਇੱਕ ਮੁਸਲਿਮ ਸੂਫੀ ਸਨ। ਇਸ ਦੇ ਦੋ ਜੋ ਜਾਣਕਾਰੀਆਂ ਨੇ ਉਹ ਇਹ ਨੇ ਕਿ ਅਮੰਗ ਦਾ ਫਰਸਟ ਟੂ ਅਰਾਈਵ ਵਾਜ਼ ਸੈਯਦ ਭੀਖਨ ਸ਼ਾਹ, ਇਹ ਤਾਂ ਪਹਿਲੀ ਜਾਣਕਾਰੀ ਹੋਗੀ। ਦੂਸਰੀ ਜਾਣਕਾਰੀ ਇਹ ਹੈ ਕਿ ਭੀਖਨ ਸ਼ਾਹ, ਕਿ ਸੈਯਦ ਭੀਖਨ ਸ਼ਾਹ ਵਾਜ਼ ਆ ਮੁਸਲਿਮ ਸੂਫੀ, ਕਿ ਉਹ ਇੱਕ ਮੁਸਲਿਮ ਸੂਫੀ ਸੀ। ਤਾਂ ਇਸ ਤਰੀਕੇ ਦੇ ਨਾਲ ਤੀਸਰੀ ਐਕਸਰਸਾਈਜ਼ ਕੰਪਲੀਟ ਕਰ ਲਈ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਈ ਹੋਏਗੀ। ਜੇਕਰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਤੁਸੀਂ ਪੁੱਛ ਸਕਦੇ ਹੋ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ। ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟਸ, 4th ਐਕਸਰਸਾਈਜ਼ ਕਰਨ ਜਾ ਰਹੇ ਹਾਂ। ਤਾਂ ਇਸ ਦੇ ਵਿੱਚ ਕੀ ਹੈ ਕਿ ਕੰਬਾਈਨ ਦਾ ਫੋਲੋਇੰਗ ਪੇਅਰਸ ਆਫ ਸੈਂਟੈਂਸਿਸ ਇਨਟੂ ਸਿੰਗਲ ਸੈਂਟੈਂਸਿਸ ਯੂਜ਼ਿੰਗ ਨਾਊਨਸ ਇਨ ਐਪੋਜੀਸ਼ਨ ਐਜ਼ ਐਕਸਪਲੇਨ ਅਬਵ।
ਤਾਂ ਬਿਲਕੁਲ ਪਹਿਲਾਂ ਵਾਲੀ ਐਕਸਰਸਾਈਜ਼ ਹੈ ਜੀ, ਉਹਦੇ ਵਿੱਚ ਆਪਾਂ ਨੂੰ ਇੱਕ ਫੁੱਲ ਸਿੰਪਲ ਸੈਂਟੈਂਸ ਦਿੱਤਾ ਹੋਇਆ ਸੀ ਜਿਸ ਦੇ ਵਿੱਚ ਦੋ ਜਾਣਕਾਰੀਆਂ ਸੀ, ਇਹਨਾਂ ਨੂੰ ਆਪਾਂ ਅਲੱਗ-ਅਲੱਗ ਕੀਤਾ ਸੀ। ਲੇਕਿਨ ਇਸ ਵਾਰੀ ਸਾਨੇ ਉਲਟ ਕਰਨਾ ਹੈ, ਸਾਡੇ ਕੋਲੇ ਦੋ ਜਾਣਕਾਰੀਆਂ ਦਿੱਤੀਆਂ ਹੋਈਆਂ, ਉਹਨਾਂ ਨੂੰ ਆਪਾਂ ਨੇ ਇੱਕ ਸਿੰਗਲ ਸਿੰਪਲ ਸੈਂਟੈਂਸ ਦੇ ਵਿੱਚ ਬਦਲਣਾ ਹੈ। ਤੇ ਇਸ ਦੇ ਵਿੱਚ ਇੱਕ ਜ਼ਿਕਰ ਆਇਆ ਜੀ ਯੂਜ਼ਿੰਗ ਨਾਊਨਸ ਇਨ ਐਪੋਜੀਸ਼ਨ। ਨਾ ਨਾਊਨਸ ਇਨ ਐਪੋਜੀਸ਼ਨ ਦਾ ਮਤਲਬ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ। ਐਪੋਜੀਸ਼ਨ ਦਾ ਮਤਲਬ ਹੁੰਦਾ ਹੈ ਜੀ ਪਲੇਸਿੰਗ ਨੀਅਰ। ਡਿਕਸ਼ਨਰੀ ਮੀਨਿੰਗ ਇਸ ਦਾ ਹੁੰਦਾ ਪਲੇਸਿੰਗ ਨੀਅਰ। ਜਦੋਂ ਆਪਾਂ ਕਿਸੇ ਚੀਜ਼ ਨੂੰ ਨੇੜੇ ਰੱਖਦੇ ਹਾਂ ਤਾਂ ਉਹਨਾਂ ਨੂੰ ਆਪਾਂ ਪਲੇਸਿੰਗ ਨੀਅਰ ਜਾਂ ਐਪੋਜੀਸ਼ਨ ਕਹਿੰਦੇ ਹਾਂ। ਮੈਂ ਇੱਕ ਸੈਂਟੈਂਸ ਦੇ ਨਾਲ ਤੁਹਾਨੂੰ ਸਮਝਾਉਣਾ ਜੀ, ਜਿਵੇਂ ਕਿ ਮਿਸਟਰ ਰਾਜਿੰਦਰ ਸਿੰਘ ਆਵਰ ਪ੍ਰਿੰਸੀਪਲ ਇਜ਼ ਅ ਵੈਰੀ ਨਾਈਸ ਪਰਸਨ। ਤਾਂ ਇੱਕ ਵਾਕ ਹੈ ਜੀ, ਸਿੰਪਲ ਵਾਕ ਹੈ। ਇਹਦੇ ਵਿੱਚ ਦੇਖੋ ਮਿਸਟਰ ਰਾਜਿੰਦਰ ਸਿੰਘ ਦੇ ਨਾਲ ਲਿਖਿਆ ਆਵਰ ਪ੍ਰਿੰਸੀਪਲ। ਇਹਦਾ ਮਤਲਬ ਇਹ ਹੋਇਆ ਕਿ ਦੇਖੋ ਇੱਕ ਤਾਂ ਇਹ ਦੋ ਫਰੇਜ਼ਿਸ ਆਫ ਵਰਡਸ ਹੋ ਗਏ, ਇੱਕ ਹੋ ਗਿਆ ਮਿਸਟਰ ਰਜਿੰਦਰ ਸਿੰਘ, ਇੱਕ ਆਵਰ ਪ੍ਰਿੰਸੀਪਲ, ਲੇਕਿਨ ਇਹ ਇੱਕੋ ਹੀ ਪਰਸਨ ਨੂੰ ਡਿਨੋਟ ਕਰ ਰਹੇ ਨੇ, ਇੱਕੋ ਹੀ ਪਰਸਨ ਨੂੰ ਡਿਨੋਟ ਕਰ ਰਹੇ ਨੇ ਕਿ ਰਜਿੰਦਰ ਸਿੰਘ ਵੀ ਉਹੀ ਪਰਸਨ ਹੈ ਤੇ ਆਵਰ ਪ੍ਰਿੰਸੀਪਲ ਵੀ ਉਹੀ ਪਰਸਨ ਹੈ। ਤਾਂ ਦੋ ਨਾਊਨ ਫਰੇਜ਼ ਇਕੱਠੇ ਆ ਗਏ ਜੀ, ਲੇਕਿਨ ਇੱਕੋ ਹੀ ਪਰਸਨ ਨੂੰ ਡਿਨੋਟ ਕਰ ਰਹੇ ਨੇ। ਇਸ ਨੂੰ ਆਪਾਂ ਕਹਿੰਦੇ ਹਾਂ ਐਪੋਜੀਸ਼ਨਸ ਜਾਂ ਨਾਊਨਸ ਇਨ ਐਪੋਜੀਸ਼ਨ ਪਲੇਸਿੰਗ ਨੀਅਰ। ਦੋ ਨਾਊਨ ਫਰੇਜ਼ਿਸ ਨੂੰ ਅਸੀਂ ਕੋਲੇ ਕੋਲੇ ਰੱਖ ਲਿਆ ਕਿਉਂਕਿ ਉਹ ਇੱਕੋ ਹੀ ਪਰਸਨ ਬਾਰੇ ਦੱਸ ਰਹੇ ਨੇ, ਇਸ ਨੂੰ ਅਸੀਂ ਨਾਊਨਸ ਇਨ ਐਪੋਜੀਸ਼ਨ ਕਹਿੰਦੇ ਹਾਂ। ਤਾਂ ਇਸ ਟੈਕਨੀਕ ਦੀ ਯੂਜ਼ ਕਰਦੇ ਹੋਏ ਸਾਨੇ ਇਹ ਵਾਲੀ ਐਕਸਰਸਾਈਜ਼ ਹੱਲ ਕਰਨੀ ਹੈ। ਤਾਂ ਸਾਡੇ ਕੋਲੇ ਪਹਿਲਾ ਸੈਂਟੈਂਸ ਹੈ ਜੀ, ਉਸ ਦੇ ਵਿੱਚ ਦੋ ਜਾਣਕਾਰੀਆਂ ਨੇ, ਇੱਕ A ਤੇ ਇੱਕ B। ਪਹਿਲੇ ਦੇ ਵਿੱਚ ਲਿਖਿਆ ਇਨ ਦਿਸ ਬੈਟਲ ਅ ਮੁਸਲਿਮ ਸੇਂਟ ਫੌਟ ਔਨ ਗੁਰੂ ਸਾਈਡ। ਬੈਟਲ ਦੇ ਵਿੱਚ, ਲੜਾਈ ਦੇ ਵਿੱਚ ਇੱਕ ਮੁਸਲਮਾਨ ਸੰਤ ਗੁਰੂ ਜੀ ਦੀ ਸਾਈਡ ਵੱਲੋਂ ਲੜਿਆ। ਦਾ ਮੁਸਲਿਮ ਸੇਂਟ ਵਾਜ਼ ਬੁੱਧੂ ਸ਼ਾਹ। ਤਾਂ ਉਹ ਮੁਸਲਿਮ ਸੰਤ ਕੌਣ ਸੀ? ਬੁੱਧੂ ਸ਼ਾਹ। ਤਾਂ ਜੇਕਰ ਤੁਸੀਂ ਦੇਖੋ ਦੋਨਾਂ ਜਾਣਕਾਰੀਆਂ ਦੇ ਵਿੱਚ ਇੱਕੋ ਹੀ ਪਰਸਨ ਬਾਰੇ ਜ਼ਿਕਰ ਹੈ। ਨਾਊਨਸ ਇਨ ਐਪੋਜੀਸ਼ਨ ਨੂੰ ਯੂਜ਼ ਕਰਦੇ ਹੋਏ ਅਸੀਂ ਇਸ ਦਾ ਇੱਕ ਸੈਂਟੈਂਸ ਬਣਾਉਣਾ। ਤਾਂ ਅਸੀਂ ਕਿਵੇਂ ਬਣਾਵਾਂਗੇ ਜੀ? ਇਨ ਦਿਸ ਬੈਟਲ ਅ ਮੁਸਲਿਮ ਸੇਂਟ, ਹੁਣ ਇੱਥੇ ਅਸੀਂ ਜੋੜ ਦਾਂਗੇ ਕੋਮਾ ਪਾ ਕੇ, ਬੁੱਧੂ ਸ਼ਾਹ। ਫਿਰ ਅਸੀਂ ਪਹਿਲੇ ਸੈਂਟੈਂਸ ਵੀ ਬਾਕੀ ਚੱਕ ਲੈਂਦੇ ਹਾਂ, ਫੌਟ ਔਨ ਦਾ ਗੁਰੂਜ਼ ਸਾਈਡ। ਤੇ ਇਹ ਸਾਡਾ ਆਨਸਰ ਹੋ ਗਿਆ। ਜੇ ਤੁਸੀਂ ਦੇਖੋ ਤਾਂ ਆਹ ਵਾਲਾ ਜਿਹੜਾ ਅਸੀਂ ਹਿੱਸਾ ਲਿਆ, ਕਾਫੀ ਜ਼ਿਆਦਾ ਹਿੱਸਾ ਅਸੀਂ ਪਹਿਲੇ ਸੈਂਟੈਂਸ ਤੋਂ ਲਿਆ, ਲੇਕਿਨ ਸਿਰਫ ਆਹ ਵਾਲਾ ਹਿੱਸਾ ਕਿਉਂਕਿ ਬੁੱਧੂ ਸ਼ਾਹ ਦਾ ਜ਼ਿਕਰ ਸਿਰਫ B ਵਾਲੇ ਚੋਂ ਸੀ ਤਾਂ ਅਸੀਂ ਇੱਥੋਂ ਲਿਆ। ਤਾਂ ਜ਼ਿਆਦਾਤਰ ਹਿੱਸਾ ਅਸੀਂ A ਚੋਂ ਲਿਆ ਹੈ ਤੇ ਥੋੜ੍ਹਾ ਜਿਹਾ ਹਿੱਸਾ ਅਸੀਂ B ਚੋਂ ਲੈ ਕੇ ਅਸੀਂ ਇਸ ਦਾ ਇੱਕੋ ਹੀ ਸਿੰਗਲ ਸੈਂਟੈਂਸ ਬਣਾਤਾ ਤੇ ਨਾਊਨਸ ਇਨ ਐਪੋਜੀਸ਼ਨ ਨੂੰ ਯੂਜ਼ ਕਰਦੇ ਹੋਏ ਅਸੀਂ ਇਹ ਸੈਂਟੈਂਸ ਸੋਲਵ ਕਰਤਾ। ਦੂਸਰਾ ਹੈ ਜੀ ਕਿ ਗੁਰੂ ਗੋਬਿੰਦ ਸਿੰਘ's eldest son fought showing amazing bravery। ਤਾਂ ਬੜਾ ਆਸਾਨ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਨੇ ਬਹੁਤ ਹੀ ਅਚੰਭੇ ਵਾਲੀ ਬਹਾਦਰੀ ਦਿਖਾਈ, ਉਸ ਦੇ ਨਾਲ ਉਹ ਲੜੇ, ਯੁੱਧ ਦੇ ਮੈਦਾਨ ਵਿੱਚ ਲੜੇ। ਦੂਸਰੇ ਦੇ ਵਿੱਚ ਲਿਖਿਆ ਹੋਇਆ ਹਿਜ਼ ਐਲਡਸਟ ਸਨ ਵਾਜ਼ ਅਜੀਤ ਸਿੰਘ, ਕਿ ਉਹਨਾਂ ਦੇ ਵੱਡੇ ਪੁੱਤਰ ਅਜੀਤ ਸਿੰਘ ਸੀ। ਤਾਂ ਬਹੁਤ ਹੀ ਸਿੰਪਲ ਹੈ, ਅਸੀਂ ਅਜੀਤ ਸਿੰਘ ਦਾ ਨਾਮ ਸਿਰਫ ਇੱਥੇ ਐਂਟਰ ਕਰ ਦੇਣਾ ਹੈ ਜੀ। ਗੁਰੂ ਗੋਬਿੰਦ ਸਿੰਘ's eldest son ਕੋਮਾ ਪਾ ਕੇ ਅਜੀਤ ਸਿੰਘ, ਮੈਂ ਥੋੜਾ ਜਿਹਾ ਬਣਾ ਕੇ ਲਿਖ ਦਿੰਦਾ eldest son ਕੋਮਾ ਅਜੀਤ ਸਿੰਘ, ਫਿਰ ਉਸ ਤੋਂ ਬਾਅਦ ਕੋਮਾ ਪਾ ਕੇ ਫਿਰ ਆਹੀ ਸਾਰੀ ਲਾਈਨ ਚੱਕ ਕੇ ਲਿਖ ਦਾਂਗੇ fought showing, ਬਾਕੀ ਸਾਰਾ ਉੱਪਰ ਵਾਲਾ ਹੀ ਚੱਕ ਲਿਆ ਜਾਏਗਾ। ਸ਼ੁਰੂ 'ਚ ਵੀ A ਵਾਲਾ ਲਿਆ, ਪਿੱਛੋਂ ਵੀ A ਵਾਲਾ ਲਿਆ, B ਦਾ ਹਿੱਸਾ ਆਪਾਂ ਸਿਰਫ ਅਜੀਤ ਸਿੰਘ ਲਿਆ, ਉਹ ਅਸੀਂ ਇੱਥੇ ਪਾਤਾ। ਤੀਸਰਾ ਸੈਂਟੈਂਸ ਹੈ ਜੀ ਫਰੋਮ ਦੀਨਾ ਹੀ ਰੋਡ ਟੂ ਔਰੰਗਜ਼ੇਬ, ਦੀਨਾ ਵਾਜ਼ ਦਾ ਵਿਲੇਜ ਇਨ ਨਾਭਾ। ਫਿਰ ਸਾਡੇ ਨਾਭੇ ਸ਼ਹਿਰ ਦਾ ਨਾਮ ਆ ਗਿਆ ਜੀ। ਅਸੀਂ ਕੀ ਕਰਾਂਗੇ ਜੀ, ਜ਼ਿਆਦਾਤਰ ਹਿੱਸਾ A ਚੋਂ ਫਿਰ ਚੱਕਾਂਗੇ, ਫਿਰ ਉਸੇ ਤਰ੍ਹਾਂ ਫਰੋਮ ਦੀਨਾ ਲਵਾਂਗੇ, ਫਰੋਮ ਦੀਨਾ ਕੋਮਾ ਪਾ ਕੇ ਸਿਰਫ ਇੰਨਾ ਹਿੱਸਾ B ਚੋਂ ਚੱਕ ਲਾਂਗੇ। ਔਰ ਵਿਲੇਜ ਇਨ ਨਾਭਾ, ਸਾਡਾ ਨਾਭਾ ਬਹੁਤ ਮਸ਼ਹੂਰ ਹੈ, ਹੀ ਰੋਟ ਟੂ ਔਰੰਗਜ਼ੇਬ। ਇਸ ਤਰੀਕੇ ਦੇ ਨਾਲ ਅਸੀਂ ਨਾਊਨਸ ਇਨ ਐਪੋਜੀਸ਼ਨ ਯੂਜ਼ ਕਰਦੇ ਹੋਏ ਤੀਸਰਾ ਵਾਕ ਵੀ ਹੱਲ ਕਰ ਲਿਆ। ਫੋਰਥ ਹੈ ਜੀ ਹੀ ਕਾਲਡ ਇਟ ਦਾ ਜ਼ਫਰਨਾਮਾ। ਜ਼ਫਰਨਾਮਾ ਮੀਨਸ ਦਾ ਲੈਟਰ ਆਫ ਵਿਕਟਰੀ। ਦੋਨਾਂ ਜਾਣਕਾਰੀਆਂ ਦੇ ਵਿੱਚ ਇੱਕ ਚੀਜ਼ ਕਾਮਨ ਹੈ ਜੀ, ਉਹ ਹੈ ਜ਼ਫਰਨਾਮਾ। ਦੂਸਰੇ ਦੇ ਵਿੱਚ ਸਿਰਫ ਜ਼ਫਰਨਾਮਾ ਦਾ ਮੀਨਿੰਗ ਇੰਗਲਿਸ਼ ਦੇ ਵਿੱਚ ਦੱਸਿਆ ਹੋਇਆ। ਤਾਂ ਆਪਾਂ ਕੀ ਕਰਾਂਗੇ, B ਦਾ ਸਿਰਫ A ਵਾਲਾ ਹਿੱਸਾ ਚੱਕ ਕੇ ਦਾ ਲੈਟਰ ਆਫ ਵਿਕਟਰੀ ਅਸੀਂ A ਦੇ ਪਿੱਛੇ ਕੋਮਾ ਪਾ ਕੇ ਜੋੜ ਦਾਂਗੇ, ਤਾਂ ਆਨਸਰ ਬਣੇਗਾ ਹੀ ਕਾਲਡ ਇਟ ਦਾ ਜ਼ਫਰਨਾਮਾ ਦਾ ਲੈਟਰ ਆਫ ਵਿਕਟਰੀ। ਤਾਂ ਇਹ ਸਾਡਾ ਬਣ ਗਿਆ ਜੀ ਵਾਕ, ਆਨਸਰ ਬਣ ਗਿਆ, ਇੰਨਾ ਸਾਡਾ ਆਨਸਰ ਹੋ ਗਿਆ ਜੀ। ਉਮੀਦ ਹੈ ਕਿ 4th ਸੈਂਟੈਂਸ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ। 5th ਦੇਖਦੇ ਹਾਂ ਜੀ ਕਪੂਰ ਸਿੰਘ ਟੁਕ ਅੰਮ੍ਰਿਤ ਫਰੋਮ ਹਿਮ। ਕਪੂਰ ਸਿੰਘ ਟੁਕ ਅੰਮ੍ਰਿਤ ਫਰੋਮ ਹਿਮ, ਕਪੂਰ ਸਿੰਘ ਵਾਜ਼ ਦਾ ਐਂਸੈਸਟਰ ਆਫ ਦਾ ਫਰੀਦਕੋਟ ਫੈਮਿਲੀ। ਇਹ ਸਾਰੇ ਵਾਕ ਚੈਪਟਰ ਦੇ ਵਿੱਚੋਂ ਹੀ ਆਏ ਨੇ। ਤਾਂ ਸਟੂਡੈਂਟਸ ਮੈਂ ਤੁਹਾਨੂੰ ਕਹਾਂਗਾ ਕਿ ਜੇਕਰ ਤੁਸੀਂ ਚੈਪਟਰ ਦੀ ਐਕਸਪਲੇਨੇਸ਼ਨ ਚੰਗੀ ਤਰ੍ਹਾਂ ਸੁਣੀ ਹੈ ਤਾਂ ਗ੍ਰਾਮਰ ਕਰਨੀ ਬਹੁਤ ਈਜ਼ੀ ਹੈ। ਅਸੀਂ ਫਿਰ
ਬੀ ਦੇ ਵਿੱਚੋਂ ਸਿਰਫ ਇੰਨਾ ਹਿੱਸਾ ਚੱਕਾਂਗੇ ਜੀ, ਦਾ ਐਂਸੈਸਟਰ ਆਫ ਦਾ ਫਰੀਦਕੋਟ ਫੈਮਿਲੀ, ਤੇ ਇਸ ਨੂੰ ਅਸੀਂ ਲਿਖ ਦਾਂਗੇ ਕਪੂਰ ਸਿੰਘ ਤੋਂ ਬਾਅਦ ਕੋਮਾ ਪਾ ਕੇ ਇੱਥੇ ਅਸੀਂ ਇਸ ਨੂੰ ਲਿਖ ਦਾਂਗੇ ਤੇ ਫਿਰ ਕੋਮਾ ਪਾ ਕੇ ਟੁਕ ਅੰਮ੍ਰਿਤ ਫਰੋਮ ਹਿਮ ਬਣ ਜਾਏਗਾ ਸਾਡਾ ਵਾਕ। ਤਾਂ ਇਸ ਦਾ ਬਣੇਗਾ ਜੀ, ਆਪਾਂ ਇੱਥੇ ਲਿਖ ਦਿੰਦੇ ਹਾਂ ਕਪੂਰ ਸਿੰਘ, ਫਿਰ ਕੋਮਾ ਪਾ ਕੇ ਨੀਚੋਂ ਚੱਕ ਲਾਂਗੇ ਦਾ ਐਂਸੈਸਟਰ, ਐਂਸੈਸਟਰ ਦਾ ਮਤਲਬ ਹੁੰਦਾ ਜੀ ਪੂਰਵਜ, ਆਫ ਦਾ ਫਰੀਦਕੋਟ ਫੈਮਿਲੀ, ਟੁਕ ਅੰਮ੍ਰਿਤ ਫਰੋਮ ਹਿਮ, ਕੋਮਾ ਪਾ ਕੇ ਫਿਰ ਲਿਖ ਦਾਂਗੇ ਟੁਕ ਅੰਮ੍ਰਿਤ ਫਰੋਮ ਹਿਮ। ਸਿਕਸਥ ਹੈ ਜੀ, ਵਨ ਆਫ ਦੈਮ ਲੇ ਡਾਈਂਗ, ਮਹਾਨ ਸਿੰਘ ਵਾਸ ਦੈਟ ਵਨ। ਇਹ 40 ਮੁਕਤਿਆਂ ਵਾਲੀ ਗੱਲ ਹੈ, ਚੈਪਟਰ ਦੇ ਵਿੱਚ ਅਸੀਂ ਪੜ੍ਹੀ ਹੈ। ਤਾਂ ਇਸ ਦਾ ਅਸੀਂ ਲਿਖਾਂਗੇ ਕਿ ਵਨ ਆਫ ਦੈਮ ਤੇ ਫਿਰ ਕੋਮਾ ਪਾ ਕੇ ਮਹਾਨ ਸਿੰਘ ਲਿਖ ਦਾਂਗੇ ਜੀ, ਮਹਾਨ ਸਿੰਘ, ਫਿਰ ਕੋਮਾ ਪਾ ਕੇ ਲਿਖ ਦਾਂਗੇ ਲੇ ਡਾਈਂਗ। ਤਾਂ ਸਾਡਾ ਜੀ ਨਾਊਨਸ ਇਨ ਐਪੋਜੀਸ਼ਨ ਯੂਜ਼ ਕਰਦੇ ਹੋਏ ਇਹ ਸੈਂਟੈਂਸ ਪੂਰਾ ਹੁੰਦਾ ਹੈ। ਉਸ ਤੋਂ ਬਾਅਦ ਵਾਲੇ ਜਿਹੜੇ ਸੈਂਟੈਂਸਿਸ ਹੈ 7 ਜਾਂ 7 ਤੋਂ ਬਾਅਦ ਵਾਲੇ, ਇਹ ਚੈਪਟਰ ਦੇ ਵਿੱਚੋਂ ਨਹੀਂ ਆਏ, ਤਾਂ ਆਪਾਂ ਵੀ ਦੇਖ ਲੈਂਦੇ ਦਾ ਟੂ ਬ੍ਰਦਰਸ ਆਰ ਗੁੱਡ ਸਿੰਗਰਸ, ਮੋਹਨ ਐਂਡ ਮਹੇਸ਼ ਆਰ ਦਾ ਟੂ ਬ੍ਰਦਰਸ। ਤਾਂ ਬੜਾ ਆਸਾਨ ਹੈ ਜੀ, ਤੇ ਇਹਨੂੰ ਤੁਸੀਂ ਕਿਸੇ ਤਰੀਕੇ ਨਾਲ ਵੀ ਲਿਖ ਸਕਦੇ ਹੋ, ਜਾਂ ਤਾਂ ਤੁਸੀਂ ਇਹ ਸੈਂਟੈਂਸ ਦਾ ਜ਼ਿਆਦਾ ਹਿੱਸਾ ਚੱਕ ਕੇ ਉਹਦੇ ਵਿੱਚ ਬੀ ਐਡਜਸਟ ਕਰ ਲਓ, ਜਾਂ ਬੀ ਨੂੰ ਲੈ ਕੇ ਤੁਸੀਂ ਇਹ ਵਾਲਾ ਹਿੱਸਾ ਵੀ ਐਡਜਸਟ ਕਰ ਸਕਦੇ ਹੋ। ਮੈਂ ਤੁਹਾਨੂੰ ਦੋਵੇਂ ਤਰੀਕੇ ਨਾਲ ਲਿਖ ਦਿੰਦਾ। ਤਾਂ ਪਹਿਲਾਂ ਆਪਾਂ ਕਰ ਦਿੰਦੇ ਹਾਂ ਜੀ ਦਾ ਟੂ ਬ੍ਰਦਰਸ, ਦੇਖੋ ਅਸੀਂ ਜ਼ਿਆਦਾ ਹਿੱਸਾ ਏ ਵਾਲਾ ਚੱਕ ਰਹੇ ਹਾਂ, ਦਾ ਟੂ ਬ੍ਰਦਰਸ ਆਪਾਂ ਏ ਚੋਂ ਚੱਕ ਲਿਆ, ਪਿੱਛੋਂ ਅਸੀਂ ਬੀ ਚੋਂ ਲੈ ਲਿਆ ਮੋਹਨ ਐਂਡ ਮਹੇਸ਼, ਇਹ ਹਿੱਸਾ ਆਪਾਂ ਕਿਹਦੇ ਚੋਂ ਲਿਆ, ਬੀ ਚੋਂ, ਤੇ ਫਿਰ ਕੋਮਾ ਪਾ ਕੇ ਉੱਪਰੋਂ ਚੱਕ ਲਿਆ ਆਰ ਗੁੱਡ ਸਿੰਗਰਸ, ਆਰ ਗੁੱਡ ਸਿੰਗਰਸ। ਜਾਂ ਫਿਰ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਮੋਹਨ ਐਂਡ ਮਹੇਸ਼, ਆਪਾਂ ਅੱਗੇ ਲਿਖ ਸਕਦੇ ਹਾਂ ਮੋਹਨ ਐਂਡ ਮਹੇਸ਼ ਲੈ ਲਓ, ਫਿਰ ਕੋਮਾ ਦਾ ਟੂ ਬ੍ਰਦਰਸ ਐਵੇਂ ਕਰ ਲਓ, ਦਾ ਟੂ ਬ੍ਰਦਰਸ, ਫਿਰ ਕੋਮਾ ਪਾ ਕੇ ਆਰ ਗੁੱਡ ਸਿੰਗਰਸ। ਤਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਇਸ ਨੂੰ ਲਿਖ ਸਕਦੇ ਹੋ, ਦੋਨੇ ਹੀ ਠੀਕ ਨੇ, ਆ ਵੀ ਤਰੀਕਾ ਠੀਕ ਹੈ, ਆ ਵੀ ਤਰੀਕਾ ਠੀਕ ਹੈ। ਤਾਂ 7 ਦੇ ਆਪਾਂ 2 ਤਰੀਕੇ ਨਾਲ ਇਸ ਨੂੰ ਸੋਲਵ ਕਰਤਾ। 8 ਦੇਖਦੇ ਹਾਂ, ਜਤਿੰਦਰ ਇਜ਼ ਆਵਰ ਮਨੀਟਰ ਇਜ਼ ਐਬਸੈਂਟ ਟੂਡੇ। ਸੇਮ ਉਸੇ ਤਰ੍ਹਾਂ ਜਾਂ ਤਾਂ ਆਪਾਂ ਇਸ ਨੂੰ ਇਸ ਤਰ੍ਹਾਂ ਲਿਖੀਏ ਕਿ ਜਤਿੰਦਰ ਕੋਮਾ ਆਵਰ ਮਨੀਟਰ, ਫਿਰ ਕੋਮਾ ਇਜ਼ ਐਬਸੈਂਟ ਟੂਡੇ, ਜਾਂ ਤਾਂ ਇਹਨੂੰ ਐਂ ਲਿਖ ਦਈਏ, ਜਾਂ ਫਿਰ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਆਵਰ ਮਨੀਟਰ ਪਹਿਲਾਂ ਪਾ ਦਿਓ, ਜਤਿੰਦਰ ਬਾਅਦ ਚ ਪਾ ਦਿਓ, ਆਵਰ ਮਨੀਟਰ ਕੋਮਾ ਜਤਿੰਦਰ ਕੋਮਾ ਇਜ਼ ਐਬਸੈਂਟ ਟੂਡੇ, ਇਹ ਵੀ ਠੀਕ ਹੈ। 9th ਹੈ, ਦਾ ਲਾਸਟ ਫੋਰਟ ਵਾਜ਼ ਆਲਸੋ ਟੇਕਨ, ਫੋਰਟ ਵਿਲੀਅਮ ਵਾਜ਼ ਦਾ ਲਾਸਟ ਫੋਰਟ। ਸੇਮ ਉਸੇ ਤਰੀਕੇ ਨਾਲ ਲਿਖ ਸਕਦੇ ਹਾਂ ਜੀ, ਦਾ ਲਾਸਟ ਫੋਰਟ, ਅਖੀਰਲਾ ਕਿਲਾ, ਇਸ ਦਾ ਨਾਮ ਦਿੱਤਾ ਹੋਇਆ ਫੋਰਟ ਵਿਲੀਅਮ, ਫੋਰਟ ਵਿਲੀਅਮ ਉਸ ਕਿਲੇ ਦਾ ਨਾਮ ਹੈ, ਵਾਜ਼ ਆਲਸੋ ਟੇਕਨ। ਤਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਜਾਂ ਆਪਾਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਫੋਰਟ ਵਿਲੀਅਮ ਕੋਮਾ ਦਾ ਲਾਸਟ ਫੋਰਟ ਕੋਮਾ ਵਾਜ਼ ਆਲਸੋ ਟੇਕਨ। ਤਾਂ ਅੱਗੇ ਪਿੱਛੇ ਜਿਹੜੇ ਸਾਡੇ ਦੋਨੇ ਨਾਊਨ ਫਰੇਜ਼ ਹੈ ਇਹਨਾਂ ਨੂੰ ਅਸੀਂ ਅੱਗੇ ਪਿੱਛੇ ਕਰ ਸਕਦੇ ਹਾਂ, ਪਰ ਇਹ ਚੀਜ਼ ਹਰ ਇੱਕ ਜਗ੍ਹਾ ਨਹੀਂ ਹੋ ਸਕਦੀ, ਤਾਂ ਉਸ ਤਰੀਕੇ ਦੇ ਨਾਲ ਆਪਾਂ ਦੇਖ ਕੇ ਸਾਨੂੰ ਕਰਨਾ ਪਏਗਾ। ਇਸੇ ਤਰ੍ਹਾਂ ਜੀ 10ਵਾਂ ਹੈ ਜੀ, ਸਮਰ ਮੰਥਸ ਆਰ ਵੈਰੀ ਹੌਟ, ਮਈ ਜੂਨ ਐਂਡ ਜੁਲਾਈ ਆਰ ਵੈਰੀ ਹੌਟ। ਤਾਂ ਸਮਰ ਮੰਥਸ ਕੋਮਾ ਮਈ ਜੂਨ ਐਂਡ ਜੁਲਾਈ ਕੋਮਾ ਆਰ ਵੈਰੀ ਹੌਟ। ਦੂਸਰੇ ਤਰੀਕੇ ਨਾਲ ਵੀ ਲਿਖਿਆ ਸਕਦਾ ਹੈ ਕਿ ਮਈ ਜੂਨ ਐਂਡ ਜੁਲਾਈ ਕੋਮਾ ਸਮਰ ਮੰਥਸ ਆਰ ਵੈਰੀ ਹੌਟ। 11th ਹੈ, ਆਲ ਆਫ ਯੂ ਆਰ ਸਟੂਡੈਂਟਸ ਆਫ ਦਾ 11th ਕਲਾਸ, ਯੂ ਸ਼ੁਡ ਵਰਕ ਹਾਰਡ। ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਆਲ ਆਫ ਯੂ ਕੋਮਾ ਪਾ ਕੇ ਦਾ ਸਟੂਡੈਂਟਸ ਆਫ ਦੀ 11th ਕਲਾਸ ਕੋਮਾ, ਹੁਣ ਦੂਸਰਾ ਬਾਕੀ ਦਾ ਹਿੱਸਾ ਅਸੀਂ ਇੱਥੋਂ ਚੱਕ ਲੈਂਦੇ ਹਾਂ, ਸ਼ੁਡ ਵਰਕ ਹਾਰਡ। ਤਾਂ ਇਹ ਬਣ ਗਿਆ ਜੀ। 12 ਦੇਖੋ, ਹੀ ਵੁੱਡ ਟਰੀਟ ਆਲ ਅਲਾਈਕ, ਹੀ ਵੁੱਡ ਟਰੀਟ ਹਿੰਦੂਜ਼ ਐਂਡ ਮੁਸਲਿਮ ਅਲਾਈਕ। ਤਾਂ ਬੜਾ ਆਸਾਨ ਹੈ ਜੀ, ਹੀ ਵੁੱਡ ਟਰੀਟ ਆਲ ਕੋਮਾ ਪਾ ਦੋ ਮੁਸਲਿਮਸ, ਹਿੰਦੂਜ਼ ਐਂਡ ਮੁਸਲਿਮਸ, ਫਿਰ ਪਾ ਦੋ ਅਲਾਈਕ। ਤਾਂ ਥੋੜਾ ਜਿਹਾ ਹਿੱਸਾ ਅਸੀਂ ਕਿੱਥੋਂ ਚੱਕ ਲਿਆ ਜੀ, ਬੀ ਚੋਂ, ਸਿਰਫ ਹਿੰਦੂਜ਼ ਐਂਡ ਮੁਸਲਿਮ ਵਾਲਾ ਚੱਕ ਲਿਆ, ਬਾਕੀ ਸਾਡਾ ਸਾਰਾ ਏ ਵਾਲਾ ਹੀ ਹੈ। 13ਵਾਂ ਹੈ ਜੀ, ਹੀ ਕੰਪਲੀਟਿਡ ਦਾ ਮਿਸ਼ਨ ਆਫ ਗੁਰੂ ਨਾਨਕ, ਹੀ ਕੰਪਲੀਟਿਡ ਦੀ ਮਿਸ਼ਨ ਆਫ ਫਸਟ ਗੁਰੂ। ਤਾਂ ਬੜਾ ਆਸਾਨ ਹੈ ਜੀ, ਉੱਪਰੋਂ ਹੀ ਚੱਕ ਲਓ, ਹੀ ਕੰਪਲੀਟਿਡ ਦਾ ਮਿਸ਼ਨ ਆਫ ਗੁਰੂ ਨਾਨਕ, ਗੁਰੂ ਨਾਨਕ ਦੇ ਪਿੱਛੇ ਪਾ ਦਿਓ ਦਾ ਫਸਟ ਗੁਰੂ। ਤਾਂ ਇਹ ਸਾਡਾ ਆਨਸਰ ਬਣ ਗਿਆ। ਪੂਰਾ ਆਨਸਰ ਕੀ ਬਣਿਆ ਮੈਂ ਇੱਕ ਵਾਰੀ ਲਿਖ ਦਿੰਦਾ, ਹੀ ਕੰਪਲੀਟਿਡ ਦੀ ਮਿਸ਼ਨ ਆਫ ਗੁਰੂ ਨਾਨਕ ਦਾ ਫਸਟ ਗੁਰੂ। ਇਹ ਸਾਡਾ 13ਵੀਂ ਦਾ ਆਨਸਰ ਹੋ ਗਿਆ। 14th ਹੈ ਜੀ, ਆਈ ਐਮ ਰੀਡਿੰਗ ਪੰਡਿਤ ਨਹਿਰੂਜ਼ ਮੋਸਟ ਇੰਟਰਸਟਿੰਗ ਬੁੱਕ, ਪੰਡਿਤ ਨਹਿਰੂਜ਼ ਮੋਸਟ ਇੰਟਰਸਟਿੰਗ ਬੁੱਕ ਇਜ਼ ਦਾ ਡਿਸਕਵਰੀ ਆਫ ਇੰਡੀਆ। ਬਹੁਤ ਹੀ ਆਸਾਨ ਹੈ, ਬਿਲਕੁਲ 13ਵੇਂ ਵਾਂਗੂ ਹੈ। ਤਾਂ ਅਸੀਂ ਇਹੀ ਲਿਖਾਂਗੇ ਕਿ ਆਈ ਐਮ ਰੀਡਿੰਗ ਪੰਡਿਤ ਨਹਿਰੂਜ਼ ਮੋਸਟ ਇੰਟਰਸਟਿੰਗ ਬੁੱਕ, ਇੱਥੇ ਕੋਮਾ ਪਾ ਕੇ ਤੁਸੀਂ ਬੁੱਕ ਦਾ ਨਾਮ ਪਾ ਦਿਓ ਦਾ ਡਿਸਕਵਰੀ ਆਫ ਇੰਡੀਆ। ਤਾਂ ਇਹ ਬਣ ਗਿਆ ਜੀ। ਤਾਂ ਪੂਰਾ ਆਨਸਰ ਕੀ ਹੋ ਗਿਆ ਕਿ ਆਈ ਐਮ ਰੀਡਿੰਗ ਪੰਡਿਤ ਨਹਿਰੂਜ਼ ਮੋਸਟ ਇੰਟਰਸਟਿੰਗ ਬੁੱਕ ਦਾ ਡਿਸਕਵਰੀ ਆਫ ਇੰਡੀਆ। ਤਾਂ ਇਹ ਸਾਡਾ ਆਨਸਰ ਹੋ ਗਿਆ ਜੀ 14ਵੇਂ ਦਾ। ਇੱਕ ਹੋਰ ਹੈ ਜੀ 15ਵਾਂ, ਪੈਨਸਲਿਨ ਇਜ਼ ਗੋਇੰਗ ਆਊਟ ਆਫ ਯੂਜ਼। ਪੈਨਸਲਿਨ ਦੀ ਕੱਲ ਯੂਜ਼ ਨਹੀਂ ਹੁੰਦੀ। ਅ ਨਿਊ ਇਨਵੈਂਸ਼ਨ ਇਜ਼ ਗੋਇੰਗ ਆਊਟ ਆਫ ਯੂਜ਼। ਨਵੀਂ ਇਨਵੈਂਸ਼ਨ ਦੀ
ਵਰਤੋਂ ਅੱਜਕੱਲ ਨਹੀਂ ਹੋ ਰਹੀ। ਤਾਂ ਪੈਨਸਲਿਨ ਤੇ ਆ ਨਿਊ ਇਨਵੈਂਸ਼ਨ ਦੋਨੇ ਚੀਜ਼ਾਂ ਇੱਕੋ ਹੀ ਨਾउन ਬਾਰੇ ਦੱਸ ਰਹੀਆਂ ਨੇ, ਇਸੇ ਕਰਕੇ ਇਹ ਨਾउन ਇਨ ਐਪੋਜੀਸ਼ਨ ਦੇ ਤੌਰ ਤੇ ਯੂਜ਼ ਹੋ ਸਕਦੀਆਂ ਨੇ। ਤਾਂ ਅਸੀਂ ਇਸ ਦਾ ਇਹ ਬਣਾ ਸਕਦੇ ਹਾਂ ਕਿ ਪੈਨਸਲਿਨ ਆ ਨਿਊ ਇਨਵੈਂਸ਼ਨ ਅਸੀਂ ਬੀ ਤੋਂ ਚੱਕ ਲਿਆ ਜੀ, ਕੌਮਾ, ਬਾਕੀ ਸਾਰਾ ਇਹਦਾ ਇਜ਼ ਗੋਇੰਗ ਆਊਟ ਆਫ ਯੂਜ਼। ਉਮੀਦ ਹੈ ਬੱਚਿਓ ਕਿ ਨਾउन्स ਇਨ ਐਪੋਜੀਸ਼ਨ ਵਾਲੀ ਗ੍ਰਾਮਰ ਐਕਸਰਸਾਈਜ਼ ਤੁਹਾਨੂੰ ਸਾਰੀ ਕਲੀਅਰ ਹੋ ਗਈ ਹੋਵੇਗੀ। ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਨਾउन्स ਇਨ ਐਪੋਜੀਸ਼ਨ ਨੂੰ ਅਸੀਂ ਕਿਸ ਤਰ੍ਹਾਂ ਇੱਕ ਸਿੰਗਲ ਸੈਂਟੈਂਸ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਕੋਈ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ।